ਨਵੀਆਂ ਗੱਲਾਂ। ਭਾਵਨਾ, ਉਹਦੀ ਅੰਮੀ ਅਤੇ ਉਹਦੇ ਪਿਤਾ ਜੀ ਬਠਿੰਡੇ ਜਾ ਰਹੇ ਸਨ। ਉੱਥੇ ਭਾਵਨਾ ਦੇ ਚਾਚੇ ਦੇ ਪੁੱਤਰ ਦਾ ਵਿਆਹ ਸੀ। ਭਾਵਨਾ 6ਵੀਂ ਵਿੱਚ ਪੜ੍ਹਦੀ ਸੀ। ਉਹ ਕਈ ਸਾਲਾਂ ਤੋਂ ਦਿੱਲੀ ਤੋਂ ਬਾਹਰ ਨਹੀਂ ਸੀ ਗਈ। ਜਦੋਂ ਬਹੁਤ ਪਹਿਲਾਂ ਗਈ ਸੀ ਤਾਂ ਛੋਟੀ ਜਿਹੀ ਸੀ। ਉਹਨੂੰ ਉਸ ਯਾਤਰਾ ਦਾ ਕੁਝ ਵੀ ਯਾਦ ਨਹੀਂ ਸੀ। ਗੱਡੀ 3 ਵਜੇ ਦਿੱਲੀ ਜੰਕਸ਼ਨ ਤੋਂ ਚੱਲ ਪਈ। ਉਹਨੇ 8 ਵਜੇ ਬਠਿੰਡੇ ਜਾ ਪੁੱਜਣਾ ਸੀ। ਉਹਨਾਂ ਨੇ ਕਾਫੀ ਪਹਿਲਾਂ ਆ ਕੇ ਖਿੜਕੀਆਂ ਕੋਲ ਬੈਠਣ ਦੀਆਂ ਥਾਵਾਂ ਲੈ ਲਈਆਂ ਸਨ। ਗੱਡੀ ਤੁਰਨ ਵੇਲੇ ਤੱਕ ਭੀੜ ਹੋ ਗਈ ਸੀ, ਪਰ ਉਹ ਵੇਲੇ ਸਿਰ ਆਏ ਹੋਣ ਕਰਕੇ ਆਰਾਮ ਨਾਲ ਬੈਠੇ ਹੋਏ ਸਨ। ਕੋਈ 20 ਮਿੰਟਾਂ ਵਿੱਚ ਗੱਡੀ ਦਿੱਲੀ ਤੋਂ ਬਾਹਰ ਹੋ ਗਈ। ਭਾਰਤ ਦੀ ਰਾਜਧਾਨੀ ਦਾ ਭੀੜ ਭੜੱਕਾ ਅਤੇ ਰੌਲਾ ਗੌਲਾ ਪਿੱਛੇ ਰਹਿ ਗਿਆ। ਮੁਸਾਫਰ ਵੀ ਬੈਠਣ ਦੀਆਂ ਥਾਵਾਂ ਭਾਲ ਕੇ ਜਾਂ ਸਮਾਨ ਵਾਲੇ ਫੱਟਿਆਂ ਉੱਤੇ ਚੜ੍ਹ ਕੇ ਸਾਰੇ ਦੇ ਸਾਰੇ ਟਿਕ ਗਏ। ਕੁਝ ਲੋਕ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸਨ। ਕੁਝ ਚੁੱਪ ਕਰਕੇ ਗੋਡਿਆਂ ਉੱਤੇ ਹੱਥ ਧਰੀ ਬੈਠੇ ਹੋਏ ਸਨ। ਇੱਕ ਦੋ ਮੁਸਾਫਰ ਰਸਾਲੇ ਪੜ੍ਹ ਰਹੇ ਸਨ। ਪਿਤਾ ਜੀ ਉਸ ਸੀਟ ਉੱਤੇ ਬੈਠੇ ਸਨ ਜਿੱਥੋਂ ਇੰਜਣ ਵੱਲ ਉਹਨਾਂ ਦੀ ਪਿੱਠ ਸੀ। ਅੰਮੀ ਤੇ ਭਾਵਨਾ ਉਹਨਾਂ ਦੇ ਸਾਹਮਣੇ ਸਨ। ਭਾਵਨਾ ਨੇ ਖਿੜਕੀ ਦੇ ਬੰਦ ਸ਼ੀਸ਼ੇ ਵਿੱਚੋਂ ਬਾਹਰ ਉੱਪਰ ਵੱਲ ਦੇਖਿਆ। ਉਹਨੇ ਕਿਹਾ, ਅੰਮੀ, ਕਈ ਤਸਵੀਰਾਂ ਵਿੱਚ ਰੇਲ ਦੇ ਇੰਜਣ ਵਿੱਚੋਂ ਧੂਆਂ ਨਿਕਲਦਾ ਹੁੰਦਾ ਹੈ। ਇੱਥੇ ਤਾਂ ਧੂਆਂ ਦਿਸਦਾ ਨਹੀਂ। ਅੰਮੀ ਨੇ ਦੱਸਿਆ, ਕੁਝ ਸਮਾਂ ਪਹਿਲਾਂ ਤੱਕ ਇੰਜਣ ਕੋਇਲੇ ਨਾਲ ਚੱਲਦੇ ਸਨ। ਕੋਇਲਾ ਮੱਚਣ ਨਾਲ ਧੂਆਂ ਨਿਕਲਦਾ ਸੀ। ਹੁਣ ਰੇਲ ਦੇ ਇੰਜਣ ਡੀਜ਼ਲ ਜਾਂ ਬਿਜਲੀ ਨਾਲ ਚੱਲਦੇ ਹਨ। ਇਹਨਾਂ ਨਾਲ ਧੂਆਂ ਨਹੀਂ ਬਣਦਾ ਤੇ ਹਵਾ ਗੰਦੀ ਨਹੀਂ ਹੁੰਦੀ। ਨਾਵਲ ਬੈਗ ਵਿੱਚ ਹੈ ਕਿ ਟੋਕਰੀ ਵਿੱਚ ਹੈ? ਪਿਤਾ ਜੀ ਨੇ ਖੜੇ ਹੁੰਦਿਆਂ ਅੰਮੀ ਤੋਂ ਪੁੱਛਿਆ। ਟੋਕਰੀ ਵਿੱਚ ਹੈ, ਅੰਮੀ ਨੇ ਦੱਸਿਆ। ਮੇਰੀ ਕਹਾਣੀਆਂ ਦੀ ਪੁਸਤਕ ਵੀ ਕੱਢ ਦਿਓ। ਅੰਮੀ ਤੋਂ ਪਹਿਲਾਂ ਭਾਵਨਾ ਬੋਲ ਪਈ। ਤੇਰੀ ਪੁਸਤਕ ਤਾਂ ਮੈਂ ਬੈਗ ਵਿੱਚ ਪਾਈ ਹੀ ਨਹੀਂ, ਅੰਮੀ ਨੇ ਕਿਹਾ। ਪਿਤਾ ਜੀ ਦਾ ਨਾਵਲ ਦੇਖ ਕੇ ਮੈਂ ਆਪੇ ਪਾ ਦਿੱਤੀ ਸੀ, ਭਾਵਨਾ ਨੇ ਆਪਣੀ ਹੁਸ਼ਿਆਰੀ ਉੱਤੇ ਖੁਸ਼ ਹੋ ਕੇ ਦੱਸਿਆ। ਮੈਨੂੰ ਉਹਨਾਂ ਤੇ ਸਲਾਈਆਂ ਫੜਾ ਦਿਓ, ਅੰਮੀ ਬੋਲੀ। ਗਰਮੀ ਘੱਟ ਚੱਲੀ ਸੀ ਅਤੇ ਠੰਡ ਉਤਰ ਰਹੀ ਸੀ। ਅੰਮੀ ਨੇ ਭਾਵਨਾ ਦੇ ਸਕੂਲ ਦੀ ਵਰਦੀ ਦਾ ਨਵਾਂ ਸਵੈਟਰ ਉਣਨਾ ਸ਼ੁਰੂ ਕੀਤਾ ਹੋਇਆ ਸੀ। ਪਿਤਾ ਜੀ ਨੇ ਇੱਕ ਪਲ ਕੁਝ ਸੋਚਿਆ, ਫਿਰ ਉਹਨਾਂ ਨੇ ਅੰਮੀ ਨੂੰ ਅੱਧ ਬੁਣਿਆ ਸਵੈਟਰ ਤਾਂ ਫੜਾ ਦਿੱਤਾ, ਪਰ ਪੁਸਤਕਾਂ ਨਾ ਕੱਢੀਆਂ, ਨਾ ਆਪਣੀ ਪੁਸਤਕ ਨਾ ਭਾਵਨਾ ਦੀ। ਉਹ ਭਾਵਨਾ ਕੋਲ ਬੈਠ ਗਏ ਅਤੇ ਬੋਲੇ, ਪੁਸਤਕਾਂ ਫੇਰ ਪੜਾਂਗੇ, ਪਹਿਲਾਂ ਬਾਹਰ ਦਾ ਨਜ਼ਾਰਾ ਦੇਖਾਂਗੇ। ਜਦੋਂ ਭਾਵਨਾ ਨੇ ਬਾਹਰ ਦੇਖਿਆ, ਸਭ ਤੋਂ ਪਹਿਲਾਂ ਉਸ ਦੀ ਨਜ਼ਰ ਤਾਰਾਂ ਉੱਤੇ ਪਈ। ਪਟੜੀ ਦੇ ਨਾਲ-ਨਾਲ ਟੈਲੀਫੋਨ ਦੀਆਂ ਤਾਰਾਂ ਲੱਗੀਆਂ ਹੋਈਆਂ ਸਨ। ਉਹ ਹੈਰਾਨ ਹੋਈ, ਖੰਭਿਆਂ ਦੇ ਵਿਚਕਾਰ ਤਾਰਾਂ ਢਿੱਲੀਆਂ ਕਿਉਂ ਛੱਡ ਦਿੱਤੀਆਂ ਗਈਆਂ ਹਨ? ਤਾਰਾਂ ਠੀਕ ਤਰ੍ਹਾਂ ਕੱਸੀਆਂ ਵੀ ਨਹੀਂ ਕਿਸੇ ਨੇ, ਉਸਨੇ ਪਿਤਾ ਜੀ ਕੋਲ ਸ਼ਿਕਾਇਤ ਕੀਤੀ। ਨਹੀਂ ਪੁੱਤਰ, ਇਹ ਜਾਣ ਬੁੱਝ ਕੇ ਢਿੱਲੀਆਂ ਛੱਡੀਆਂ ਗਈਆਂ ਹਨ, ਪਿਤਾ ਜੀ ਨੇ ਦੱਸਿਆ। ਕਿਉਂ? ਭਾਵਨਾ ਹੈਰਾਨ ਹੋਈ। ਤੂੰ ਸਧਾਰਨ ਵਿਗਿਆਨ ਵਿੱਚ ਪੜ੍ਹਿਆ ਹੈ ਨਾ ਕਿ ਚੀਜ਼ਾਂ ਗਰਮ ਹੋ ਕੇ ਫੈਲਦੀਆਂ ਅਤੇ ਠੰਡੀਆਂ ਹੋ ਕੇ ਸੁੰਗੜਦੀਆਂ ਹਨ। ਜੇ ਇਹ ਪੂਰੀਆਂ ਕੱਸੀਆਂ ਹੋਈਆਂ ਹੋਣ, ਸਿਆਲ ਵਿੱਚ ਸੁੰਗੜ ਕੇ ਟੁੱਟ ਸਕਦੀਆਂ ਹਨ, ਪਿਤਾ ਜੀ ਨੇ ਸਮਝਾਇਆ। ਇਹਨੇ ਨੂੰ ਭਾਵਨਾ ਦਾ ਧਿਆਨ ਇੱਕ ਖੇਤ ਵਿੱਚ ਕੰਮ ਕਰ ਰਹੀਆਂ ਇਸਤਰੀਆਂ ਵੱਲ ਚਲਿਆ ਗਿਆ। ਉਹਨਾਂ ਸਭਨਾਂ ਨੇ ਆਪਣੀਆਂ ਪਿੱਠਾਂ ਉੱਤੇ ਚਾਦਰਾਂ ਦੀਆਂ ਝੋਲੀਆਂ ਬੰਨੀਆਂ ਹੋਈਆਂ ਸਨ। ਉਹ ਬੂਟਿਆਂ ਤੋਂ ਕੁਝ ਤੋੜ-ਤੋੜ ਕੇ ਝੋਲੀਆਂ ਵਿੱਚ ਪਾ ਰਹੀਆਂ ਸਨ। ਪਿਤਾ ਜੀ ਨੇ ਦੱਸਿਆ ਕਿ ਉਹ ਕਪਾਹ ਦਾ ਖੇਤ ਹੈ। ਇਸਤਰੀਆਂ ਖਿੜੀ ਹੋਈ ਕਪਾਹ ਚੁਗ ਰਹੀਆਂ ਹਨ। ਅੰਮੀ ਨੇ ਦੱਸਿਆ ਕਿ ਉਸ ਤੋਂ ਅੱਗੇ ਸੂਤੀ ਕੱਪੜਾ ਬੁਣਿਆ ਜਾਂਦਾ ਹੈ। ਇੱਕ ਕਿਸਾਨ ਟਰੈਕਟਰ ਨਾਲ ਖਾਲੀ ਖੇਤ ਵਿੱਚ ਹਲ ਵਾਹ ਰਿਹਾ ਸੀ। ਭਾਵਨਾ ਝੱਟ ਬੋਲੀ, ਉਹ ਟਰੈਕਟਰ ਹੈ ਨਾ, ਮੈਂ ਟੀਵੀ ਤੇ ਬਹੁਤ ਵਾਰ ਵੇਖਿਆ ਹੈ। ਪਿਤਾ ਜੀ ਨੇ ਦੱਸਿਆ, ਹਾਂ, ਇਹ ਟਰੈਕਟਰ ਹੈ। ਕਿਸਾਨ ਹਾੜੀ ਦੀ ਫਸਲ ਬੀਜਣ ਲਈ ਜ਼ਮੀਨ ਤਿਆਰ ਕਰ ਰਿਹਾ ਹੈ। ਹਲ ਵਾਹੁਣ ਨਾਲ ਜ਼ਮੀਨ ਦੀ ਸ਼ਕਤੀ ਚੂਸਣ ਵਾਲਾ ਵਾਧੂ ਘਾਹ ਫੂਸ ਮਰ ਜਾਂਦਾ ਹੈ। ਮਿੱਟੀ ਨਰਮ ਹੋ ਜਾਂਦੀ ਹੈ, ਜਿਹਦੇ ਵਿੱਚ ਜੜ੍ਹਾਂ ਸੌਖੀਆਂ ਫੈਲ ਸਕਦੀਆਂ ਹਨ। ਨਾਲੇ ਮਿੱਟੀ ਵਿੱਚ ਹਵਾ ਰਲ ਜਾਂਦੀ ਹੈ, ਜੋ ਜੜ੍ਹਾਂ ਦੀ ਖੁਰਾਕ ਦੇ ਕੰਮ ਆਉਂਦੀ ਹੈ। ਹਾੜੀ ਦੀ ਫਸਲ ਕੀ ਹੁੰਦੀ ਹੈ? ਭਾਵਨਾ ਨੇ ਪੁੱਛਿਆ। ਜਿਨ੍ਹਾਂ ਫਸਲਾਂ ਨੂੰ ਸਿਆਲ ਚੜ੍ਹਨ ਤੋਂ ਮਗਰੋਂ ਬੀਜਿਆ ਜਾਂਦਾ ਹੈ ਅਤੇ ਹਾੜ ਚੜ੍ਹਦਿਆਂ ਵੱਢਿਆ ਜਾਂਦਾ ਹੈ, ਉਹਨਾਂ ਨੂੰ ਹਾੜੀ ਦੀਆਂ ਫਸਲਾਂ ਆਖਦੇ ਹਨ, ਪਿਤਾ ਜੀ ਨੇ ਦੱਸਿਆ।
ਜਿਵੇਂ ਕਣਕ, ਛੋਲੇ, ਸਰੋਂ। ਅੰਮੀ ਨੇ ਉਦਾਹਰਨ ਦਿੱਤੀ। ਤੇ ਕਪਾਹ? ਭਾਵਨਾ ਨੇ ਇੱਕ ਹੋਰ ਫਸਲ ਦਾ ਨਾਂ ਲਿਆ। ਨਹੀਂ, ਕਪਾਹ ਨਹੀਂ, ਇਹ ਸਾਉਣੀ ਦੀ ਫਸਲ ਹੈ। ਜੋ ਫਸਲਾਂ ਗਰਮੀਆਂ ਵਿੱਚ ਬੀਜ ਕੇ ਸਰਦੀਆਂ ਦੇ ਸ਼ੁਰੂ ਵਿੱਚ ਪ੍ਰਾਪਤ ਹੁੰਦੀਆਂ ਹਨ, ਉਹ ਸਾਉਣੀ ਦੀਆਂ ਫਸਲਾਂ ਹੁੰਦੀਆਂ ਹਨ। ਪਿਤਾ ਜੀ ਬੋਲੇ। ਭਾਵਨਾ ਨੇ ਗੱਲ ਬਦਲੀ। ਪਿਤਾ ਜੀ, ਮੇਰੇ ਮਨ ਵਿੱਚ ਇੱਕ ਹੋਰ ਸਵਾਲ ਆਇਆ ਹੈ। ਹਾਂ ਹਾਂ, ਜ਼ਰੂਰ ਪੁੱਛੋ ਬੇਟਾ। ਪਿਤਾ ਜੀ ਬੋਲੇ। ਜਦੋਂ ਮਨ ਵਿੱਚ ਕੋਈ ਸਵਾਲ ਆਵੇ, ਜ਼ਰੂਰ ਪੁੱਛ ਲੈਣਾ ਚਾਹੀਦਾ ਹੈ। ਭਾਵਨਾ ਹੈਰਾਨ ਹੋਈ। ਇਹ ਟਰੈਕਟਰਾਂ ਵਰਗੀਆਂ ਮਸ਼ੀਨਾਂ ਤਾਂ 100-150 ਸਾਲ ਪਹਿਲਾਂ ਹੀ ਬਣੀਆਂ ਹਨ। ਉਸ ਤੋਂ ਪਹਿਲਾਂ ਕਿਸਾਨ ਕੀ ਕਰਦੇ ਸਨ? ਪਿਤਾ ਜੀ ਤੇ ਅੰਮੀ ਖੁਸ਼ ਹੋ ਗਏ। ਅੰਮੀ ਨੇ ਪਿਆਰ ਨਾਲ ਉਸ ਦੇ ਸਿਰ ਉੱਤੇ ਹੱਥ ਫੇਰ ਕੇ ਕਿਹਾ, ਤੇਰਾ ਸਵਾਲ ਬਹੁਤ ਵਧੀਆ ਹੈ। ਪਿਤਾ ਜੀ ਨੇ ਦੱਸਿਆ, ਟਰੈਕਟਰ ਤੋਂ ਪਹਿਲਾਂ ਖੇਤੀ ਬਲਦਾਂ ਨਾਲ ਕੀਤੀ ਜਾਂਦੀ ਸੀ। ਗਊ ਦਾ ਵੱਛਾ ਜਦੋਂ ਵੱਡਾ ਹੋ ਜਾਂਦਾ ਸੀ, ਉਸ ਨੂੰ ਬਲਦ ਆਖਦੇ ਸਨ। ਟਰੈਕਟਰ ਇੱਕ ਦਿਨ ਵਿੱਚ ਬਲਦਾਂ ਨਾਲੋਂ ਕੰਮ ਵੀ ਬਹੁਤਾ ਕਰਦਾ ਹੈ ਤੇ ਕਿਸਾਨ ਦੀ ਮਿਹਨਤ ਵੀ ਘੱਟ ਲੱਗਦੀ ਹੈ। ਇਸ ਕਰਕੇ ਹੁਣ ਟਰੈਕਟਰ ਦੀ ਵਰਤੋਂ ਆਮ ਹੋ ਗਈ ਹੈ। ਭਾਵਨਾ ਇੱਕਦਮ ਹੱਸ ਕੇ ਆਖਣ ਲੱਗੀ, ਉਹ ਦੇਖੋ ਪਿਤਾ ਜੀ, ਇੱਕ ਕਾਂ ਗੱਡੀ ਨਾਲ ਦੌੜ ਲਾ ਰਿਹਾ ਹੈ। ਗੱਡੀ ਦੇ ਬਾਹਰ ਇੱਕ ਕਾਂ ਉੱਡਿਆ ਜਾ ਰਿਹਾ ਸੀ। ਉਹ ਇਉਂ ਲੱਗਦਾ ਸੀ ਜਿਵੇਂ ਸ਼ਰਤ ਲਾ ਕੇ ਅੱਗੇ ਨਿਕਲਣ ਦਾ ਯਤਨ ਕਰ ਰਿਹਾ ਹੋਵੇ, ਪਰ ਉਹ ਹੌਲੀ-ਹੌਲੀ ਪਿੱਛੇ ਰਹਿਣ ਲੱਗ ਪਿਆ। ਅੰਤ ਉਹ ਪਿੱਛੇ ਰਹਿ ਕੇ ਖਿੜਕੀ ਵਿੱਚੋਂ ਦਿਸਣੋਂ ਹਟ ਗਿਆ। ਸਾਰੇ ਰਾਹ ਭਾਵਨਾ ਬਾਹਰ ਕੁਦਰਤ ਵੱਲ, ਖੇਤਾਂ ਵੱਲ, ਖੁੱਲੇ ਅੰਬਰ ਵੱਲ ਦੇਖਦੀ ਗਈ। ਉਹ ਲਗਾਤਾਰ ਕੁਝ ਨਾ ਕੁਝ ਬੋਲ ਰਹੀ ਸੀ। ਉਹ ਭਾਂਤ-ਭਾਂਤ ਦੇ ਸਵਾਲ ਪੁੱਛ ਰਹੀ ਸੀ। ਪਿਤਾ ਜੀ ਅਤੇ ਅੰਮੀ ਉਹਦੀਆਂ ਪੁੱਛਾਂ ਦੇ ਜਵਾਬ ਦੇ ਰਹੇ ਸਨ। ਹੁਣ ਦਿਨ ਛਿਪ ਰਿਹਾ ਸੀ। ਸੂਰਜ ਦਾ ਗੋਲਾ ਪਹਿਲਾਂ ਵਾਂਗ ਅੱਖਾਂ ਚੁੰਧਿਆ ਦੇਣ ਵਾਲਾ ਸਫੈਦ ਨਹੀਂ ਸੀ ਰਹਿ ਗਿਆ। ਉਹਦਾ ਰੰਗ ਸੁਨਹਿਰੀ ਹੁੰਦਾ ਜਾ ਰਿਹਾ ਸੀ ਅਤੇ ਫਿਰ ਹਲਕਾ ਗੁਲਾਬੀ। ਅੰਤ ਨੂੰ ਉਹ ਗੂੜਾ ਗੁਲਾਬੀ ਹੋ ਗਿਆ। ਸੂਰਜ ਕਿੰਨਾ ਸੋਹਣਾ ਹੋ ਗਿਆ, ਭਾਵਨਾ ਨੇ ਪ੍ਰਸ਼ੰਸਾ ਕੀਤੀ। ਹਾਂ, ਇਹ ਸੋਨੇ ਦੇ ਥਾਲ ਵਾਂਗ ਲੱਗਦਾ ਹੈ। ਪਿਤਾ ਜੀ ਨੇ ਉਸ ਦੀ ਗੱਲ ਦੀ ਪੁਸ਼ਟੀ ਕੀਤੀ। ਕਦੀ ਦੇਖਿਆ ਤੂੰ ਦਿੱਲੀ ਵਿੱਚ ਇੰਨਾ ਸੋਹਣਾ ਸੂਰਜ? ਅੰਮੀ ਬੋਲੇ। ਵੱਡੇ ਸ਼ਹਿਰਾਂ ਵਿੱਚ ਕੁਦਰਤ ਦਾ ਆਨੰਦ ਨਹੀਂ ਮਿਲਦਾ। ਇਹਨੇ ਨੂੰ ਪੰਛੀਆਂ ਦੀਆਂ ਡਾਰਾਂ ਦਿਖਾਈ ਦੇਣ ਲੱਗੀਆਂ। ਕਾਂ, ਘੁੱਗੀਆਂ, ਤੋਤੇ ਅਤੇ ਕਬੂਤਰ ਟੋਲੀਆਂ ਬਣਾ ਕੇ ਉੱਡ ਰਹੇ ਸਨ। ਇਹ ਇਹਨੇ ਕਿੱਥੋਂ ਆ ਗਏ? ਭਾਵਨਾ ਹੈਰਾਨ ਹੋ ਗਈ। ਇਹ ਆਪਣੇ ਘਰਾਂ ਨੂੰ ਪਰਤ ਰਹੇ ਹਨ, ਪਿਤਾ ਜੀ ਨੇ ਦੱਸਿਆ। ਜਿਵੇਂ ਤੇਰੇ ਪਿਤਾ ਜੀ ਸ਼ਾਮ ਨੂੰ ਕੰਮ ਕਰਨ ਪਿੱਛੋਂ ਦਫ਼ਤਰੋਂ ਮੁੜਦੇ ਹਨ, ਜਿਵੇਂ ਖੇਤਾਂ ਵਿੱਚੋਂ ਕਿਸਾਨ ਪੁਰਸ਼ ਤੇ ਇਸਤਰੀਆਂ ਘਰਾਂ ਲਈ ਚੱਲ ਪੈਂਦੇ ਹਨ, ਇਸੇ ਪ੍ਰਕਾਰ ਇਹ ਪੰਛੀ ਘਰਾਂ ਨੂੰ ਪਰਤ ਰਹੇ ਹਨ। ਅੰਮੀ ਨੇ ਗੱਲ ਖੋਲ ਕੇ ਸਮਝਾਈ। ਕਿੱਥੇ ਨੇ ਇਹਨਾਂ ਦੇ ਘਰ? ਭਾਵਨਾ ਪੰਛੀਆਂ ਦੇ ਘਰਾਂ ਦੀ ਗੱਲ ਸੁਣ ਕੇ ਸੋਚ ਵਿੱਚ ਪੈ ਗਈ। ਇਹਨਾਂ ਦੇ ਆਪਣੇ ਆਲਣੇ ਹਨ, ਦਰਖਤਾਂ ਦੀਆਂ ਟਾਹਣੀਆਂ ਜਾਂ ਰਹਿਣ ਦੇ ਹੋਰ ਟਿਕਾਣੇ ਹਨ। ਉਹ ਇਹਨਾਂ ਦੇ ਘਰ ਹੀ ਹਨ। ਪਿਤਾ ਜੀ ਬੋਲੇ। ਸੂਰਜ ਛਿਪ ਗਿਆ ਸੀ। ਬਾਹਰ ਹਨੇਰਾ ਹੋ ਚੱਲਿਆ ਸੀ। ਬਠਿੰਡਾ ਵੀ ਨੇੜੇ ਆ ਗਿਆ ਸੀ। ਅੰਮੀ ਨੇ ਖੜੀ ਹੋ ਕੇ ਸਵੈਟਰ ਟੋਕਰੀ ਵਿੱਚ ਸੰਭਾਲ ਦਿੱਤਾ। ਸੀਟ ਉੱਤੇ ਬੈਠ ਕੇ ਉਹਨਾਂ ਨੇ ਭਾਵਨਾ ਨੂੰ ਬੁੱਕਲ ਵਿੱਚ ਲੈ ਲਿਆ ਅਤੇ ਪੁੱਛਿਆ, ਕਿਹੋ ਜੀ ਲੱਗੀ ਪੁਸਤਕ ਜੋ ਤੂੰ ਅੱਜ ਰੇਲ ਗੱਡੀ ਵਿੱਚ ਪੜ੍ਹੀ ਹੈ? ਤੁਹਾਡਾ ਸਵੈਟਰ ਬੁੰਦਿਆਂ ਦਾ ਧਿਆਨ ਨਹੀਂ ਰਿਹਾ। ਮੈਂ ਤਾਂ ਗੱਲਾਂ ਹੀ ਕੀਤੀਆਂ, ਪੁਸਤਕ ਤਾਂ ਪੜ੍ਹੀ ਹੀ ਨਹੀਂ, ਭਾਵਨਾ ਨੇ ਉੱਤਰ ਦਿੱਤਾ। ਨਹੀਂ ਪੁੱਤਰ, ਤੂੰ ਸਾਰੇ ਰਾਹ ਪੁਸਤਕ ਹੀ ਤਾਂ ਪੜ੍ਹੀ ਹੈ। ਕੁਦਰਤ ਇੱਕ ਵਿਸ਼ਾਲ ਪੁਸਤਕ ਹੈ, ਗਿਆਨ ਦਾ ਭੰਡਾਰ। ਪਿਤਾ ਜੀ ਨੇ ਭਾਵਨਾ ਦੇ ਸਿਰ ਤੇ ਹੱਥ ਫੇਰਿਆ। ਜਿੰਨੀਆਂ ਗੱਲਾਂ ਮਨੁੱਖ ਕੁਦਰਤ ਦੀ ਪੁਸਤਕ ਵਿੱਚੋਂ ਸਿੱਖ ਸਕਦਾ ਹੈ, ਹੋਰ ਕਿਸੇ ਪੁਸਤਕ ਵਿੱਚੋਂ ਨਹੀਂ ਸਿੱਖਦਾ, ਅੰਮੀ ਨੇ ਸਮਝਾਇਆ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਤਾਂ ਅੱਜ ਬਹੁਤ ਸਾਰੀਆਂ ਨਵੀਆਂ ਗੱਲਾਂ ਸਿੱਖ ਲਈਆਂ ਹਨ, ਭਾਵਨਾ ਉਤਸ਼ਾਹ ਨਾਲ ਬੋਲੀ। ਫਿਰ ਉਹ ਖਿੜਕੀ ਵਿੱਚੋਂ ਬਠਿੰਡੇ ਦਾ ਚਾਨਣ ਦੇਖਣ ਲੱਗ ਪਈ।